Hello everyone, welcome back to Suksha Ma'am Ki classes, and today we are going to solve NAS based reading comprehension of class 8th and date is 19th October 2021. Read the passage carefully and answer the questions that follow. ਪੈਸੇਜ ਨੂੰ ਧਿਆਨ ਨਾਲ ਪੜੋ ਤੇ ਉਸ ਤੋਂ ਬਾਅਦ ਲਿਖੇ ਹੋਏ ਕੁਐਸਚਨਸ ਨੂੰ ਤੁਸੀਂ ਆਨਸਰ ਕਰਨਾ ਹੈ। ਲੈਟਸ ਰੀਡ ਆਰ ਕੁਐਸਚਨਸ ਫਰਸਟ। ਕੁਐਸਚਨਸ ਪਹਿਲੇ ਪੜੇ ਹੋਣਗੇ, ਪੈਸੇਜ ਰੀਡ ਕਰਦੇ ਕਰਦੇ ਆਨਸਰਸ ਮਿਲ ਜਾਣਗੇ। ਸੋ ਕੁਐਸਚਨ ਨੰਬਰ 1 ਇਜ਼ ਹੋਮੋਪੈਥੀ ਟ੍ਰੀਟਸ ਪੇਸ਼ੈਂਟਸ ਵਿਦ। ਹੁਣ ਜਦੋਂ ਕੋਈ ਪੇਸ਼ੈਂਟ ਹੋਮੋਪੈਥੀ ਤਰੀਕੇ ਨਾਲ ਇਲਾਜ ਕਰਾਂਦਾ ਹੈ, ਉਹਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ। ਨੈਕਸਟ, homeopathic remedies are prepared by serial dilution with shaking by forceful striking. The procedure is known as। ਹੁਣ ਜੋ procedure ਦੇ ਉੱਪਰ ਗੱਲ ਹੋਈ ਹੈ, ਐਟ ਪੈਰਾਗ੍ਰਾਫ ਵਿੱਚ ਵੀ ਆਏਗਾ, ਉਸ procedure ਨੂੰ ਕੀ ਕਿਹਾ ਜਾਂਦਾ ਹੈ ਉਹ ਤੁਸੀਂ ਟਿਕ ਕਰਨਾ ਹੈ। ਉਹ ਕਿਹੜਾ procedure ਹੈ ਉਹ ਅਸੀਂ ਪੈਸੇਜ 'ਚ ਪੜਾਂਗੇ। ਨੈਕਸਟ, homeopathic reference books are called। ਹੁਣ ਜਿਹੜੀ ਬੁੱਕ ਵਿੱਚੋਂ ਹੋਮੋਪੈਥ ਸਾਡੇ ਰੈਫਰੈਂਸ ਲੈਂਦੇ ਨੇ ਉਹਨੂੰ ਕੀ ਕਿਹਾ ਜਾਂਦਾ ਹੈ। Question number 4th, how is the remedy selected in homeopathy? Homeopathy ਵਿੱਚ ਇਲਾਜ remedy ਕਿਵੇਂ select ਕੀਤਾ ਜਾਂਦਾ ਹੈ। And last is, what is the antonym of the word conventional? ਹੁਣ ਜੋ word ਹੈ conventional, ਇਸ ਦਾ antonym means opposite ਤੁਸੀਂ ਦੱਸਣਾ ਹੈ। Now let's start reading the passage. Now let's start. Homeopathy is a form of alternative medicine first proposed by the German physician Samuel Hahnemann in 1796 that attempts to treat patients with heavily diluted medicines। ਪਹਿਲੇ ਬੱਚਿਓ ਇਹ ਸਮਝਦੇ ਆ ਹੋਮੋਪੈਥੀ ਹੁੰਦੀ ਕੀ ਹੈ। ਤੁਸੀਂ ਹੋਮੋਪੈਥੀ ਮੈਡੀਸਨ ਵੇਖੀ ਵੀ ਹੋਏਗੀ। ਇਟਸ ਲਾਈਕ ਦਿਸ, ਛੋਟੇ ਛੋਟੇ ਵਾਈਟ ਕਲਰ ਦੀਆਂ ਗੋਲੀਆਂ ਹੁੰਦੀਆਂ ਜਿਹਦੇ ਵਿੱਚ ਸੋਲਿਊਸ਼ਨ ਮਿਕਸ ਕੀਤਾ ਜਾਂਦਾ ਹੈ, ਡਾਇਲੂਟ ਕੀਤਾ ਜਾਂਦਾ ਹੈ, ਤੁਹਾਨੂੰ ਮੈਡੀਸਿਨ ਦਿੱਤੀ ਜਾਂਦੀ ਹੈ। ਹੋਮੋਪੈਥੀ ਵਿਸ਼ਵਾਸ ਰੱਖਦੀ ਹੈ ਕਿ ਤੁਹਾਡੀ ਬੋਡੀ ਜੋ ਹੈ ਉਹ ਆਪਣੇ ਆਪ ਡਿਸੀਜ਼ ਨਾਲ ਫਾਈਟ ਕਰ ਸਕਦੀ ਹੈ, ਇਸ ਲਈ ਤੁਹਾਨੂੰ ਐਲੋਪੈਥੀ ਮੈਡੀਸਿਨ ਲੈਣ ਦੀ ਲੋੜ ਨਹੀਂ, ਵੈਕਸੀਨ ਲਾਉਣ ਦੀ ਲੋੜ ਨਹੀਂ ਐਂਡ ਸੋ ਔਨ। ਠੀਕ ਹੈ, ਉਹ ਕਹਿ ਰਹੀ ਹੈ ਕਿ ਬੋਡੀ ਨੂੰ ਸਟਰੋਂਗ ਰੱਖੋ ਤੇ ਬੋਡੀ ਆਪਣੇ ਆਪ ਫਾਈਟ ਕਰੇਗੀ। ਦਿਸ ਇਜ਼ ਵਾਟ ਹੋਮੋਪੈਥੀ ਇਜ਼। ਠੀਕ ਹੈ, ਹੁਣ ਇਹ ਤੁਹਾਨੂੰ ਮੈਂ ਪਿਕਚਰ ਦਿਖਾ ਦਿੱਤੀ, ਤੁਹਾਨੂੰ ਸਮਝ ਆਵੇ ਕਿ ਅਸੀਂ ਗੱਲ ਕਿਸ ਚੀਜ਼ ਦੀ ਕਰ ਰਹੇ ਹਾਂ। ਨਾਓ ਉਹ ਕਹਿ ਰਹੇ ਨੇ ਜੋ ਹੋਮੋਪੈਥੀ ਹੈ ਤੁਹਾਡੇ ਕੋਲ ਇੱਕ ਆਲਟਰਨੇਟਿਵ ਮੈਡੀਸਨ ਹੈ, ਦੂਜੀ ਮੈਡੀਸਨ ਹੈ ਜੋ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਪਹਿਲੀ ਵਾਰ ਕਿੰਨੇ ਬਣਾਈ ਸੀ? ਜਰਮਨ ਫਿਜ਼ੀਸ਼ੀਅਨ ਸੀ ਜਿਹਦਾ ਨਾਮ ਸੀ ਸੈਮੂਅਲ ਹੈਨਨਮੈਨ ਐਂਡ ਟਾਈਮਸ ਤਦ ਸਾਲ ਸੀਗਾ 1796। ਉਹਨਾਂ ਨੇ ਅਟੈਂਪਟ ਕੀਤਾ ਸੀ ਪੇਸ਼ੈਂਟ ਨੂੰ ਟ੍ਰੀਟ ਕਰਨ ਦਾ ਵਿਦ ਹੈਵੀਲੀ ਡਾਇਲੂਟਡ ਮੈਡੀਸਨ। ਡਾਇਲੂਟਡ ਮੀਨਸ ਜਦੋਂ ਤੁਸੀਂ ਇੱਕ ਮੈਡੀਸਨ ਵਿੱਚ ਕੋਈ ਸੋਲਵੈਂਟ, ਕੋਈ ਲਿਕੁਇਡ ਮਿਕਸ ਕਰਦੇ ਹੋ ਤੇ ਉਹਦੀ ਪ੍ਰੋਪਰਟੀਜ਼ ਨੂੰ ਘਟਾਉਂਦੇ ਹੋ, ਵਧਾਉਂਦੇ ਹੋ, ਛੇੜਛਾੜ ਕਰਦੇ ਹੋ ਮੈਡੀਸਨ ਦੀ ਪ੍ਰੋਪਰਟੀਜ਼ ਨਾਲ ਤਾਂ ਕਿ ਉਹ ਤੁਹਾਡੀ ਬੋਡੀ ਨੂੰ ਅਕੋਰਡਿੰਗਲੀ ਉਹ ਸੂਟ ਕਰੇ, ਉਹਨੂੰ ਤੁਸੀਂ ਕਹਿੰਦੇ ਹੋ ਹੈਵੀਲੀ ਡਾਇਲੂਟਡ ਮੈਡੀਸਨਸ। ਠੀਕ ਹੈ, ਤਾਂ ਉਹ ਕਿਹਨੇ ਕੀਤਾ ਸੀ? ਸੈਮੂਅਲ ਹੈਨਨਮੈਨ ਨੇ ਕੀਤਾ ਸੀ। Homeopathic remedies are prepared by serial dilution with shaking by forceful striking, which homeopaths term succession after each dilution under the assumption that this increases the effect of symptoms। ਹੁਣ homeopathy remedies 'ਚ ਹੁੰਦਾ ਕੀ ਹੈ? ਛੋਟੀ ਛੋਟੀ ਗੋਲੀਆਂ ਹੁੰਦੀਆਂ ਨੇ ਜੋ prepare ਕੀਤੀ ਜਾਂਦੀਆਂ ਨੇ, ਉਹਨਾਂ ਵਿੱਚ ਸੋਲਵੈਂਟ ਸੋਲਿਊਸ਼ਨ ਪਾਇਆ ਜਾਂਦਾ ਹੈ ਕੋਈ, ਤੇ ਉਹਨੂੰ ਬਹੁਤ ਜ਼ੋਰ ਨਾਲ ਹਿਲਾਇਆ ਜਾਂਦਾ ਹੈ, ਸਟ੍ਰਾਈਕ ਕੀਤਾ ਜਾਂਦਾ ਹੈ ਫੋਰਸਫੁਲੀ ਤਾਂ ਕਿ ਉਸ ਵਾਈਟ ਗੋਲੀਆਂ ਵਿੱਚ ਉਹ ਸੋਲਵੈਂਟ ਮਿਕਸ ਹੋਵੇ, ਡਾਇਲੂਟ ਹੋਵੇ ਤੇ ਉਹ ਜਿਹੜੀ ਮੈਡੀਸਨ ਹੈ ਉਹ ਤੁਹਾਡੀ ਬੋਡੀ ਵਿੱਚ ਇਫੈਕਟ ਇਨਕਰੀਜ਼ ਕਰੇ ਟ੍ਰੀਟਮੈਂਟ ਦਾ। ਜੋ ਟ੍ਰੀਟਮੈਂਟ ਕਰਵਾ ਰਹੇ ਹੋ, that shaking of forceful striking ਜੋ ਹੋਮੋਪੈਥਸ ਕਰਦੇ ਨੇ ਉਹਦੇ ਨਾਲ ਕੀ ਹੋਏਗਾ, ਤੁਹਾਡੀ ਬੋਡੀ ਦੇ ਟ੍ਰੀਟਮੈਂਟ ਦੇ ਇਫੈਕਟਸ ਜੋ ਹੋਣਗੇ ਉਹ ਇਨਕਰੀਜ਼ ਹੋਣਗੇ। ਠੀਕ ਹੈ, ਹੁਣ ਇੱਥੋਂ ਸਾਨੂੰ ਦੋ ਆਨਸਰਸ ਮਿਲ ਰਹੇ ਨੇ ਕਿ ਹੋਮੋਪੈਥਿਕ ਟ੍ਰੀਟਸ ਪੇਸ਼ੈਂਟਸ ਵਿਦ ਡੈਸ਼। ਹੁਣ ਕਿਵੇਂ ਟ੍ਰੀਟ ਕਰਦੇ ਨੇ? ਹੈਵੀ ਮੈਡੀਸਨ, ਸਟਰੋਂਗ ਮੈਡੀਸਨ, ਡਾਇਲੂਟਡ ਮੈਡੀਸਨ, concentrated medicine। Option C is your answer, diluted medicine। Homeopathic remedies ਇਹ ਹਜੇ ਅਸੀਂ ਰੀਡ ਨਹੀਂ ਕੀਤਾ ਕਿਉਂਕਿ ਪ੍ਰੋਸੈਸ ਦਾ ਨਾਮ ਅਸੀਂ ਨਹੀਂ ਪੜਿਆ। So let's read further now। Homeopaths call this process potentization। potentization ਕਿਹਾ ਜਾਂਦਾ ਹੈ ਇਸ ਪ੍ਰੋਸੈਸ ਨੂੰ ਕਿ ਜਦੋਂ ਤੁਸੀਂ ਮੈਡੀਸਨ ਨੂੰ ਵਾਈਟ ਆਪਣੀ ਮੈਡੀਸਿਨਸ ਨੂੰ ਲੈ ਕੇ ਉਹਦੇ ਸੋਲਵੈਂਟ ਪਾ ਕੇ ਉਹਨੂੰ ਫੋਰਸਫੁਲੀ ਜ਼ੋਰ ਦੇ ਸਟ੍ਰਾਈਕ ਕਰਦੇ ਹੋ, ਮਿਕਸ ਕਰਦੇ ਹੋ ਤੇ ਉਹਨੂੰ ਡਾਇਲੂਟ ਕਰਦੇ ਹੋ ਟ੍ਰੀਟਮੈਂਟ ਦੇ ਇਫੈਕਟਸ ਨੂੰ ਵਧਾਉਣ ਲਈ, ਉਹਨੂੰ ਕਿਹਾ ਜਾਂਦਾ ਹੈ
पोपेंटाइजेशन। तो सानू साडा आंसर मिल रहा है ऑप्शन बी, पोपेंटाइजेशन। नाउ लेट्स कंटिन्यू। Dilution often continues until none of the original substance remains। ਹੁਣ dilution mean ਜਦੋਂ ਤੁਹਾਡਾ solvent ਤੁਹਾਡੀ medicine ਨਾਲ mix ਹੋ ਰਿਹਾ ਤਦ ਤੱਕ continue ਇਹ process ਤਦ ਤੱਕ continue ਰਹਿੰਦਾ ਹੈ ਤਦ ਤੱਕ ਜਦ ਤੱਕ ਤੁਹਾਡਾ original substance ਰਹਿੰਦਾ ਨਹੀਂ ਹੈ ਜੋ ਉਹ mix ਕਰ ਰਹੇ ਨੇ ਜਿਹਦੇ ਵਿੱਚ ਉਸ solvent ਨੂੰ mix ਕੀਤਾ ਜਾ ਰਿਹਾ ਹੈ। Homeopathic reference books known as repertories are then consulted and a remedy is selected based on the totality of symptoms। ਹੁਣ books ਦਾ ਕੀ ਨਾਮ ਹੈ ਜਿੱਥੋਂ reference ਲਿੱਤੀ ਜਾਂਦੀ ਹੈ? repertories। ਸਾਡਾ next answer ਆ ਗਿਆ ਕਿ homeopathic reference books are called option A repertories। ਠੀਕ ਹੈ। ਹੁਣ ਉਹ ਕਹਿ ਰਹੇ ਨੇ ਕਿ ਜਦੋਂ dilution ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ books ਖੋਲਦੇ ਹਾਂ books ਵਿੱਚ ਵੇਖਦੇ ਹਾਂ ਕਿ symptom ਦੇ accordingly ਕਿਹੜੀ ਅਸੀਂ ਕੀ ਕਰਨਾ ਹੈ ਹੋਮੋਪੈਥਿਕ ਮੈਡੀਸਨ ਅਸੀਂ ਇਨਵੋਲਵ ਕਰਨੀ ਹੈ ਕਿਹੜੀ ਰੈਮੇਡੀ ਅਸੀਂ ਯੂਜ਼ ਕਰਨੀ ਹੈ ਪੇਸ਼ੈਂਟ ਦੀ ਟ੍ਰੀਟਮੈਂਟਸ ਲਈ। ਹੋਮੋਪੈਥਿਕ ਰੈਮੇਡੀਜ਼ ਆਰ ਕੰਸੀਡਰਡ ਸੇਫ। ਇਸ ਰੈਮੇਡੀਜ਼ ਨੂੰ ਸੇਫ ਤੇ ਕੰਸੀਡਰ ਕੀਤਾ ਜਾਂਦਾ ਹੈ ਬਟ ਆਰ ਕ੍ਰਿਟਿਸਾਈਜ਼ਡ। ਬਟ ਇਹਨਾਂ ਦੀ ਬੁਰਾਈ ਵੀ ਕੀਤੀ ਜਾਂਦੀ ਹੈ ਕਿਉਂ? for putting patients at risk due to advice against conventional medicines such as vaccination, antimalarial drugs and antibiotics। ਹੁਣ ਹੋਮੋਪੈਥੀ ਕੀ ਕਹਿੰਦੀ ਹੈ ਕਿ ਤੁਹਾਨੂੰ ਐਂਟੀਬਾਇਓਟਿਕਸ ਨਹੀਂ ਲੈਣੀ ਹੈ ਤੁਹਾਨੂੰ ਵੈਕਸੀਨੇਸ਼ਨ ਨਹੀਂ ਲਗਵਾਉਣੀ ਹੈ ਤੁਹਾਨੂੰ ਐਂਟੀ ਮਲੇਰੀਅਲ ਡਰੱਗਸ ਨਹੀਂ ਲੈਣੀਆਂ ਕਿਉਂਕਿ ਤੁਹਾਡੀ ਬੋਡੀ ਆਪਣੇ ਆਪ ਫਾਈਟ ਕਰੇਗੀ ਆਪਣੀ ਬੋਡੀ ਨੂੰ ਸਟਰੋਂਗ ਕਰੋ। ਇਸ ਚੱਕਰ 'ਚ ਹੋਮੋਪੈਥੀ ਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੈ। ਠੀਕ ਹੈ। ਇਹੀ ਰੀਜ਼ਨ ਹੈ ਕਿ ਲੋਕੀ ਹੋਮੋਪੈਥੀ ਨੂੰ ਇੰਨਾ ਲਾਈਕ ਵੀ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਨੇ ਕਿ ਤੁਸੀਂ ਐਂਟੀਬਾਇਓਟਿਕਸ ਨਹੀਂ ਲੈਣੀਆਂ। ਹੁਣ ਤੁਸੀਂ ਬਿਮਾਰ ਹੁੰਦੇ ਹੋ ਤੁਹਾਨੂੰ ਐਂਟੀਬਾਇਓਟਿਕਸ ਦਿੱਤੀ ਜਾਂਦੀਆਂ ਹੈ ਜੋ ਤੁਹਾਡੇ ਬੋਡੀ ਦੇ ਅੰਦਰ ਜਾ ਕੇ ਫਾਈਟ ਕਰਦੀਆਂ ਨੇ। ਹੋਮੋਪੈਥੀ ਇਹ ਕਹਿ ਰਹੀ ਹੈ ਕਿ ਤੁਸੀਂ ਜੋ ਆਊਟਰ ਕੋਈ ਮੈਡੀਸਨ ਲੈਂਦੇ ਹੋ ਨਾ ਲੈ ਕੇ ਆਪਣੀ ਬੋਡੀ ਨੂੰ ਸਟਰੋਂਗ ਕਰੋ। ਠੀਕ ਹੈ। ਹੋਮੋਪੈਥੀ ਜੋ ਮੈਡੀਸਨ ਹੁੰਦੀ ਹੈ ਉਹ ਉਦੋਂ ਨਹੀਂ ਦਿੱਤੀ ਜਾਂਦੀ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਹੋ ਉਦੋਂ ਦਿੱਤੀ ਜਾਂਦੀ ਹੈ ਕਿ ਜਦੋਂ ਤੁਸੀਂ ਨੋਰਮਲ ਹੋ ਤੁਸੀਂ ਉਹਨੂੰ ਰੈਗੂਲਰਲੀ ਕੰਜ਼ਿਊਮ ਕਰੋ ਕਿ ਤੁਸੀਂ ਬਿਮਾਰ ਹੋ ਨਾ। डिफरेंस है। ठीक है। डिपेंडिंग ऑन द dilution homeopathic remedies may not contain any pharmacological active molecules and for such remedies to have a pharmacological effects would violate fundamental principles of science। ਹੁਣ dilution ਤੇ depend ਕਰਦਾ ਹੈ ਕਿ ਜੋ homeopathic remedies ਹੁੰਦੀ ਹੈ ਉਹਦਾ ਜੋ link ਹੈ ਉਹ ਤੁਹਾਡੇ ਫਾਰਮਾਕੋਲੋਜੀਕਲੀ ਨਾਲ ਨਹੀਂ ਹੈ ਫਾਰਮਾਕੋਲੋਜੀਕਲ ਉਹ ਨਹੀਂ ਇਫੈਕਟ ਕਰਦਾ ਹੈ ਨਾ ਉਹਦੇ ਵਿੱਚ ਐਕਟਿਵ ਮੋਲੀਕਿਊਲਸ ਹੁੰਦੇ ਨੇ ਤੇ ਜੇ ਮੋਲੀਕਿਊਲਸ ਇਫੈਕਟ ਕਰਨ ਤਾਂ ਉਹ ਤੁਹਾਡੇ ਫੰਡਾਮੈਂਟਲ ਪ੍ਰਿੰਸੀਪਲ ਦੇ ਅਗੇਂਸਟ ਹੈ ਜੋ ਸਾਇੰਸ ਕਹਿੰਦਾ ਹੈ। ਦਿਸ ਇਜ਼ ਵਾਟ ਆਰ ਦੇ ਟ੍ਰਾਈਂਗ ਟੂ ਸੇ ਕਿ ਉਹ ਤੁਹਾਡੀ ਐਲੋਪੈਥੀ ਤੁਹਾਡੀ ਫਾਰਮਾਕੋਲੋਜੀਕਲ ਐਕਟਿਵ ਮੋਲੀਕਿਊਲਸ ਨਾਲ ਕੋਈ ਲਿੰਕ ਨਹੀਂ ਰੱਖਦੇ ਨੇ ਤੇ ਜੇ ਉਹ ਰੱਖਣਗੇ ਤਾਂ ਉਹ ਫੰਡਾਮੈਂਟਲ ਪ੍ਰਿੰਸੀਪਲ ਆਫ ਸਾਇੰਸ ਦੇ ਅਗੇਂਸਟ ਜਾ ਰਹੇ ਨੇ ਉਹਦੇ ਰੂਲਸ ਨੂੰ ਉਹ ਵਾਇਓਲੇਟ ਕਰ ਰਹੇ ਨੇ। ਠੀਕ ਹੈ। The last question is, 4 questions are there, 2 questions are left, sorry। How is the remedy selected in homeopathy? Homeopathy ਵਿੱਚ remedy ਕਿਵੇਂ select ਕੀਤੀ ਜਾਂਦੀ ਹੈ ਕਿ symptoms ਕੀ ਨੇ। So it is based on symptoms ਕਿ patient ਨੂੰ symptoms ਕਿਹੜੇ ਆ ਰਹੇ ਨੇ ਉਸੇ basis ਤੇ homeopathy ਦਾ course ਦਿੱਤਾ ਜਾਂਦਾ ਹੈ। And last is, what is the antonym of the word conventional? Conventional ਦਾ opposite ਕੀ ਹੋਏਗਾ? Unconventional, but obvious option C। And with this, our today's comprehension is solved।